ਸਮੂਹ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਲੈ ਕੇ ਆਪ ਜੀ ਦੇ ਕੋਲ ਪਹੁੰਚਦੇ ਹਾਂ, ਜਿਹੜੀਆਂ ਸਤ ਸੰਗਤ ਦੇ ਦੁਆਰਾ ਸਮੁੱਚੀ ਮਾਨਵਤਾ ਨੂੰ ਗੁਰੂ ਬਚਨਾਂ ਤੋਂ ਨਿਹਾਲ ਕਰਵਾਉਂਦੀਆਂ ਨੇ। ਅੱਜ ਮੇਰੇ ਨਾਲ ਬੈਠੇ ਹੋਏ ਨੇ ਇੱਕ ਅਜਿਹੀ ਸ਼ਖਸੀਅਤ ਭਾਈ ਸਤਨਾਮ ਸਿੰਘ ਜੀ, ਜਿਹੜੇ ਗੁਰਦੁਆਰਾ ਨਾਨਕਸਰ ਰਜਿੰਦਰ ਨਗਰ ਦਿੱਲੀ ਵਿਖੇ ਕਥਾ ਅਤੇ ਕੀਰਤਨ ਦੀ ਸੇਵਾ ਨਿਭਾ ਰਹੇ ਨੇ। ਭਾਈ ਸਤਨਾਮ ਸਿੰਘ ਜੀ ਸਿੱਖ ਧਰਮ ਦੀ ਬੜੀ ਸੁਲਝੀ ਹੋਈ ਸ਼ਖਸੀਅਤ ਹਨ, ਗੁਰਮਤਿ ਗਿਆਨ ਦੇ ਨਾਲ ਭਰਪੂਰ ਹਨ ਅਤੇ ਇੱਥੇ ਹੀ ਨਹੀਂ, ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਜਿਤਨੇ ਵੀ ਨਾਨਕਸਰ ਸੰਪਰਦਾਇ ਦੇ ਨਾਲ ਸੰਬੰਧਿਤ ਅਸਥਾਨ ਹਨ, ਉਹਨਾਂ ਸਾਰੇ ਹੀ ਅਸਥਾਨਾਂ 'ਤੇ ਜਾ ਕੇ ਗੁਰਮਤਿ ਵਿਚਾਰਾਂ ਦੀ ਸੇਵਾ ਨਿਭਾਈ ਹੈ ਤੇ ਅਸੀਂ ਵਿਚਾਰਾਂ ਦੀ ਸਾਂਝ ਕਰਨੀ ਹੈ। ਸਤਿਕਾਰਯੋਗ ਸ਼ਖਸੀਅਤ ਭਾਈ ਸਤਨਾਮ ਸਿੰਘ ਜੀ ਨਾਲ ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕਸਰ ਸੰਪਰਦਾ ਜਿਹੜੀ ਕਿ ਸਿੱਖ ਕੌਮ ਦੀਆਂ ਮਹਾਨ ਸੰਪਰਦਾਵਾਂ ਦੇ ਵਿੱਚੋਂ ਹੈ ਔਰ ਜਿਸ ਦੇ ਵਿੱਚ ਭਗਤੀ ਤੇ ਸ਼ਕਤੀ ਵਾਲੇ ਅਨੇਕਾਂ ਹੀ ਬ੍ਰਹਮ ਗਿਆਨੀ ਹੈ ਜਿਹੜੇ ਉਹ ਪੈਦਾ ਹੋਏ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਿਸ ਤਰ੍ਹਾਂ ਕਰਨੀ ਹੈ, ਭਗਤੀ ਦੇ ਮਾਰਗ ਨੂੰ ਕਿਸ ਤਰ੍ਹਾਂ ਅਸੀਂ ਹੋਰ ਪ੍ਰਮੋਟ ਕਰਨਾ ਅੱਜ ਪਦਾਰਥਵਾਦੀ ਯੁੱਗ ਵਿੱਚ, ਇਸ ਨਾਨਕਸਰ ਸੰਪਰਦਾਇ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਸਭ ਤੋਂ ਪਹਿਲੇ ਤੇ ਸੰਗਤਾਂ ਨੂੰ ਆਪ ਜੀ ਇਹੀ ਦੱਸੋ ਜੀ। ਨਾਨਕਸਰ ਦੀ ਸ਼ੁਰੂਆਤ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਕੀਤੀ ਹੈ ਜੀ। ਬਾਬਾ ਨੰਦ ਸਿੰਘ ਜੀ ਮਹਾਰਾਜ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਜਿੰਨੇ ਵੀ ਮਹਾਂਪੁਰਸ਼ ਸੰਤ ਹੁੰਦੇ ਨੇ ਜੀ, ਉਹ ਬਚਪਨ ਤੋਂ ਹੀ ਜਾਂ ਧੁਰ ਦਰਗਾਹ ਤੋਂ ਹੀ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਉਲੀਕਿਆ ਹੋਇਆ ਪ੍ਰੋਗਰਾਮ ਉਹ ਲੈ ਕੇ ਆਉਂਦੇ ਨੇ ਤੇ ਉਸ ਹਿਸਾਬ ਨਾਲ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਬਚਪਨ ਤੋਂ ਹੀ ਜੀ ਨਾਮ ਬੰਦਗੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਤਿਕਾਰ, ਇਹ ਆਪਣੇ ਮਨ ਵਿੱਚ ਲੈ ਕੇ ਫਿਰ ਇੱਕ ਦਿਨ ਘਰ ਤੋਂ ਜੀ ਬੈਰਾਗੀ ਅਵਸਥਾ ਵਿੱਚ ਚਲੇ ਗਏ ਤੇ ਬਾਬਾ ਜੀ ਉਸ ਇਕੱਲਿਆਂ ਵਿਚਰਦਿਆਂ ਉਸ ਸਮੇਂ ਦੇ ਦੌਰਾਨ ਹਜੂਰ ਸਾਹਿਬ ਵਿਖੇ ਗਏ ਜੀ। ਹਜੂਰ ਸਾਹਿਬ ਜਾ ਕੇ ਇੱਕ ਸਾਲ ਜੋ ਸੱਚਖੰਡ ਸਾਹਿਬ ਦੇ ਇਸ਼ਨਾਨ ਵਾਸਤੇ ਗੋਦਾਵਰੀ ਤੋਂ ਜਲ ਦੀ ਗਾਗਰ ਲੈ ਕੇ ਆਉਣ ਦੀ ਸੇਵਾ ਉਹ ਬਾਬਾ ਜੀ ਨਿਭਾਉਂਦੇ ਰਹੇ ਤੇ ਉੱਥੇ ਵੀ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਹੋਈ ਕਿ ਇੱਕ ਦਿਨ ਸਾਖਸ਼ਾਤ ਬਾਬਾ ਜੀ ਨੂੰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਜੀ। ਫਿਰ ਕਲਗੀਧਰ ਪਾਤਸ਼ਾਹ ਜੀ ਦੇ ਵੀ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਹੋਏ ਜੀ, ਜਿਹਨੂੰ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਤੇ ਕੇਵਲ ਐਵੇਂ ਕਪੋਲ ਕਲਪਨਾ ਹੀ ਕਿਹਾ ਜਾਂਦਾ ਹੈ, ਲੇਕਿਨ ਜੋ ਸੰਤ ਮਹਾਂਪੁਰਸ਼ ਨੇ ਉਹ ਆਪਣੀ ਘਾਲਣਾ, ਆਪਣੀ ਮਿਹਨਤ, ਆਪਣੀ ਸੇਵਾ ਸਿਮਰਨ ਦੀ ਸਫਲਤਾ ਸਮਝਦੇ ਨੇ ਜਦੋਂ ਕਿ ਗੁਰੂ ਸਾਹਿਬ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਦੇ ਦੇਣ ਜੀ। ਤੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਗੁਰੂ ਕੀ ਕਾਂਸ਼ੀ 'ਚ ਜਾ ਕੇ ਵਿਦਿਆ ਲਓ ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰੋ। ਇਉਂ ਬਾਬਾ ਨੰਦ ਸਿੰਘ ਜੀ ਮਹਾਰਾਜ ਪਹਿਲਾਂ ਸ਼੍ਰੀ ਦਮਦਮਾ ਸਾਹਿਬ ਆਏ, ਫਿਰ ਉੱਥੋਂ ਦੇ ਹਾਲਾਤ ਵੇਖੇ ਕਿ ਉੱਥੇ ਕੋਈ ਗੁਰਮਤਿ ਵਿਦਿਆ ਦੇਣ ਵਾਲਾ ਨਹੀਂ ਸੀ। ਫਿਰ ਬਾਬਾ ਜੀ ਦਮਦਮਾ ਸਾਹਿਬ ਦੇ ਨਜ਼ਦੀਕ ਹੀ ਜਿਹੜਾ ਲਹਿਰਾ ਖਾਨਾ ਪਿੰਡ ਹੈ ਬਠਿੰਡੇ ਦੇ ਕੋਲ ਜੀ, ਉੱਥੇ ਸਨ ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ, ਜੋ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵਿਦਿਆ ਗੁਰੂ ਸਨ। ਉਹਨਾਂ ਦੇ ਪਾਸ ਬਾਬਾ ਜੀ ਚਲੇ ਗਏ, ਉਹਨਾਂ ਦੇ ਚਰਨ ਪਰਸੇ ਜੀ। ਤੇ ਇੱਕ ਦਿਨ ਫਿਰ ਬਾਬਾ ਵਧਾਵਾ ਸਿੰਘ ਜੀ ਨੇ, ਅਜਿਹਾ ਸਮਾਂ ਵੀ ਆ ਗਿਆ ਕਿ ਬਾਬਾ ਵਧਾਵਾ ਸਿੰਘ ਜੀ ਨੇ ਬਾਬਾ ਜੀ ਦੀ ਲਗਨ ਦੇਖ ਕੇ, ਕਿਉਂਕਿ ਬਾਬਾ ਜੀ ਨੇ ਕਈ ਵਾਰ ਸਵੇਰ ਨੂੰ ਜਾਣਾ ਬਾਹਰ ਕਿਸੇ ਦਰਖਤ ਥੱਲੇ ਬੈਠ ਜਾਣਾ, ਸ਼ਾਮ ਤੱਕ ਉੱਥੇ ਸਮਾਧੀ 'ਚ ਬੈਠੇ ਰਹਿਣਾ। ਫਿਰ ਬਾਬਾ ਵਧਾਵਾ ਸਿੰਘ ਜੀ ਇਹਨਾਂ ਦੀ ਲਗਨ ਤੇ ਅਵਸਥਾ ਦੇਖ ਕੇ ਜੀ ਕਿ ਹੁਣ ਅਸੀਂ ਤੁਹਾਨੂੰ ਆਪਣੇ ਅਸਥਾਨ ਤੇ ਨਹੀਂ ਰੱਖ ਸਕਦੇ, ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਪੁੱਚੋ ਵਾਲੇ ਜੀ ਉਹਨਾਂ ਦੇ ਪਾਸ ਲੈ ਗਏ ਤੇ ਉਹਨਾਂ ਦੀ ਸੇਵਾ ਵਿੱਚ ਛੱਡ ਦਿੱਤਾ ਜੀ। ਹਾਂਜੀ ਵੀਰ ਜੀ, ਇਸ ਤੋਂ ਅੱਗੇ ਹੋਰ ਜਿਹੜੀ ਚੀਜ਼ ਆਉਂਦੀ ਹੈ ਕਿ ਨਾਨਕਸਰ ਸੰਪਰਦਾਇ ਦੇ ਨਾਲ ਸੰਬੰਧਿਤ ਅੱਜ ਕੱਲ੍ਹ ਅਸੀਂ ਕਿਸੇ ਵੀ ਦੇਸ਼, ਕਿਸੇ ਵੀ ਕੋਨੇ, ਕਿਸੇ ਵੀ ਜਗ੍ਹਾ 'ਤੇ ਚਲੇ ਜਾਈਏ, ਹਰ ਜਗ੍ਹਾ 'ਤੇ ਨਾਨਕਸਰ ਸੰਪਰਦਾ ਦੇ ਅਸਥਾਨ ਮਿਲਦੇ ਹੈ
ਜਿਨ੍ਹਾਂ ਅਸਥਾਨਾਂ ਦੇ ਉੱਪਰ ਜਿੱਥੇ ਭਗਤੀ ਦੀ ਗੱਲ ਹੁੰਦੀ ਹੈ ਉਸ ਦੇ ਨਾਲ ਹੀ ਸੰਗਤਾਂ ਦੇ ਵਾਸਤੇ ਲੰਗਰ, ਰਿਹਾਇਸ਼, ਸਾਰੀਆਂ ਚੀਜ਼ਾਂ ਮਿਲਦੀਆਂ। ਤੇ ਇਹ ਨਾਨਕਸਰ ਸੰਪਰਦਾਇ ਜਿਹੜੀ ਇਹ ਅੱਜ ਕੱਲ੍ਹ ਕਿਹੜੇ ਮੁੱਖ ਕਾਰਜ ਕਿਸ ਤਰ੍ਹਾਂ ਦੇ ਨਿਭਾ ਰਹੀ ਹੈ, ਉਹਨਾਂ ਸਾਰੇ ਕਾਰਜਾਂ ਦੇ ਬਾਰੇ 'ਚ ਵੀ ਆਪ ਜੀ ਸੰਗਤਾਂ ਨੂੰ ਦੱਸੋ। ਮੈਂ ਜੋ ਬੇਨਤੀ ਕਰ ਰਿਹਾ ਸੀ ਕਿ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਫਿਰ ਇੱਕ ਦਿਨ ਜਦੋਂ ਬਾਬਾ ਜੀ ਦੀ ਲਗਨ ਦੇਖੀ, ਉਹਨਾਂ ਨੂੰ ਸਵਾ ਲੱਖ ਮੂਲ ਮੰਤਰ ਦੇ ਪਾਠ ਬਾਰੇ ਕਈ ਵਾਰ ਹੁਕਮ ਕੀਤਾ, ਉਹਨਾਂ ਨੇ ਉਹ ਨਿਭਾਇਆ। ਫਿਰ ਬਾਬਾ ਜੀ ਦੇ ਹੁਕਮ ਵਿੱਚ ਉਹਨਾਂ ਨੇ 1 ਸਾਲ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਵਿਧੀ ਨਾਲ, ਮਰਿਆਦਾ ਨਾਲ ਕੀਤਾ, ਸੰਪਟ ਲਗਾ ਕੇ। ਉਸ ਤੋਂ ਬਾਅਦ ਜਦੋਂ ਬਾਬਾ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ, ਬਾਬਾ ਜੀ ਨੇ ਬਚਨ ਕੀਤਾ ਵੀ ਤੁਸੀਂ ਜਾ ਕੇ ਮਰਿਆਦਾ ਚਲਾਓ। ਮਰਿਆਦਾ ਤੋਂ ਭਾਵ ਕਿਹੜੀ ਮਰਿਆਦਾ? ਜੋ ਕਿ ਮਰਿਆਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਚਲਾ ਕੇ ਗਏ ਨੇ, ਜਿਹਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ, ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਿਹਦੇ ਬਾਰੇ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। 3 ਏਕ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬਹੂ ਨਾ ਕਾਲ ਸੰਤਾਏ। ਕਲਗੀਧਰ ਪਾਤਸ਼ਾਹ ਜੀ ਵੀ ਉਸੇ ਪੰਥ ਨੂੰ ਚਲਾਉਣ ਵਾਸਤੇ ਕਿ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੁਲਾਇਆ, ਤੇ ਕਲਗੀਧਰ ਪਾਤਸ਼ਾਹ ਲਿਖਦੇ ਨੇ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਉਹੋ ਹੀ ਮਰਿਆਦਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਿਵੇਂ ਕਰਨੀ ਹੈ, ਸਤਿਕਾਰ ਕਿਵੇਂ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਮੰਨਣਾ ਹੈ, ਸਤਿਕਾਰ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਇੱਕ ਅੱਖਰ ਨੂੰ ਬਾਬਾ ਜੀ ਨੇ ਸਮਝਣਾ ਵੀ ਇਹ ਗੁਰੂ ਸਾਹਿਬ ਜੀ ਮੈਨੂੰ ਆਖ ਰਹੇ ਨੇ, ਮੈਨੂੰ ਕਹਿ ਰਹੇ ਨੇ। ਬਿਲਕੁਲ ਇਉਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਬਾਹਰੀ ਤੌਰ ਤੇ ਸਰੂਪ ਦਾ ਵੀ, ਇੱਕ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ, ਤੇ ਅੰਦਰੂਨੀ ਤੌਰ ਤੇ ਗੁਰੂ ਕੀ ਬਾਣੀ, ਗੁਰੂ ਕੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾਉਣ ਕਰਕੇ ਵੀ ਜੋ ਸਤਿਕਾਰ ਬਾਣੀ ਦਾ ਬਾਬਾ ਜੀ ਨੇ ਕੀਤਾ, ਉੱਥੇ ਮਰਿਆਦਾ ਚਲਾਈ। ਉਸ ਤੋਂ ਉਪਰੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਘਰ ਦਾ ਮੁੱਖ ਕਾਰਜ ਸੀ ਇੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਦੂਸਰੇ ਨੰਬਰ ਤੇ ਸਵੇਰ ਦਾ ਸ਼ਾਮ ਦਾ ਕੀਰਤਨ ਨਿਤਨੇਮ ਅਨੁਸਾਰ ਤਕਰੀਬਨ 10 ਘੰਟੇ, ਜੋ ਕਿ ਬਾਬਾ ਜੀ ਤੋਂ ਉਪਰੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਨਾਨਕਸਰ ਅਸਥਾਨ ਤੇ ਕਾਇਮ ਰੱਖਿਆ। ਤੇ ਉਹਨਾਂ ਤੋਂ ਵਰਸਾਏ ਮਹਾਪੁਰਸ਼ ਜਿਨ੍ਹਾਂ ਦੇ ਪਾਸ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਮੈਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ਸਮਾਧ ਭਾਈ ਵਾਲੇ, ਸਮਾਧ ਭਾਈ ਪਿੰਡ ਦਾ ਨਾਮ ਹੈ, ਕੋਈ ਸਮਾਧੀ ਨਹੀਂ ਹੈ, ਪਿੰਡ ਦਾ ਨਾਮ ਮੋਗੇ ਦੇ ਕੋਲ ਸਮਾਧ ਭਾਈ। ਉੱਥੇ ਬਾਬਾ ਜੀ ਨੇ ਨਾਨਕਸਰ ਤੋਂ ਆ ਕੇ ਬਾਬਾ ਜੀ ਦੇ ਕੋਲ ਰਹਿ ਕੇ 12 ਸਾਲ ਸੇਵਾ ਕੀਤੀ, ਸੰਨ 1951 ਤੋਂ 1963 ਤੱਕ। 63 'ਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣਾ ਸਰੀਰਕ ਚੋਲਾ ਤਿਆਗ ਗਏ ਤੇ ਬਾਬਾ ਜੀ ਉਹਨਾਂ ਦੇ ਇਸ਼ਾਰੇ ਮੁਤਾਬਕ ਫਿਰ ਭਾਈ ਕੀ ਸਮਾਧ ਪਿੰਡ ਆ ਗਏ। ਇੱਥੇ ਆ ਕੇ ਬਾਬਾ ਜੀ ਨੇ ਪਹਿਲੇ ਸਥਾਨ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਿਨਾਂ ਅੱਜ 3 ਕੈਨੇਡਾ ਦੇ ਅੰਦਰ, 2 ਇੰਗਲੈਂਡ ਦੇ ਅੰਦਰ, 2 ਅਮਰੀਕਾ ਦੇ ਅੰਦਰ, 1 ਕੀਨੀਆ ਨੈਰੋਬੀ ਔਰ 9 ਇੱਥੇ ਇੰਡੀਆ 'ਚ, ਦਿੱਲੀ, ਦੇਹਰਾਦੂਨ, ਪੂਨਾ, ਕੁਰੂਕਸ਼ੇਤਰ ਦੇ ਕੋਲ ਬਖਤਲਾ, ਤੇ ਇਸ ਤਰ੍ਹਾਂ ਬਣਵਾਲਾ ਪੰਜਾਬ ਦੇ ਅੰਦਰ, ਬਾਦਲ ਦੇ ਕੋਲ, ਭਦੌੜ ਬਰਨਾਲੇ ਦੇ ਪਾਸ, ਭਾਈ ਕੀ ਸਮਾਧ ਮੁੱਖ ਸਥਾਨ ਜੋ ਮੋਗੇ ਦੇ ਪਾਸ ਹੈ। ਇਸੇ ਤਰ੍ਹਾਂ ਹੀ ਗੁਰਦਾਸਪੁਰ ਡਿਸਟ੍ਰਿਕਟ ਦੇ ਅੰਦਰ ਬਟਾਲੇ ਦੇ ਪਾਸ ਇੱਕ ਗੁਰਦੁਆਰਾ ਨਾਨਕਸਰ ਸੀੜਾ ਤੇ ਕੰਡੀਲਾ। ਇਹਨਾਂ ਪਿੰਡਾਂ 'ਚ ਟੋਟਲ ਬਾਬਾ ਜੀ ਨੇ ਨਾਨਕਸਰ ਦੇ 17 ਸਥਾਨ ਕਾਇਮ ਕੀਤੇ ਤੇ ਜਿਨ੍ਹਾਂ ਤੇ ਉਹੀ ਮਰਿਆਦਾ ਚਲਾਈ, ਜਿਹੜੀ ਮਰਿਆਦਾ ਕਿ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੂੰ ਕਿਹਾ ਸੀ ਚਲਾਓ। ਇਹ ਉਹੀ ਗੁਰਮਤ ਮਰਿਆਦਾ ਭਾਵ ਗੁਰੂ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਕਿਵੇਂ ਉਹਨਾਂ ਦੇ ਡਰ ਭੈ ਵਿੱਚ ਰਹਿਣਾ ਤੇ ਕਿਸ ਪ੍ਰਕਾਰ ਅਸੀਂ ਗੁਰੂ ਸਾਹਿਬ ਜੀ ਦੀ ਗੁਰਮਤ। ਬਾਕੀ ਤੁਸੀਂ ਮੁੱਖ ਕੰਮ ਪੁੱਛਦੇ ਸੀ, ਇੱਕ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇੱਕ ਕਥਾ ਕੀਰਤਨ, ਤੇ ਤੀਸਰੇ ਨੰਬਰ ਤੇ ਜੋ ਵੱਡਾ ਕੰਮ ਵੀ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਉਣਾ ਤੇ ਗੁਰਮਤ ਗਾਡੀ ਰਾਹ ਤੇ ਤੋਰਨਾ। ਇਹ ਨਾਨਕਸਰ ਦੇ ਮੁੱਖ ਕੰਮ ਹੈ। ਇੱਕ ਵੀਰ ਜੀ ਹੋਰ ਅੰਦਰ ਸਵਾਲ ਪੈਦਾ ਹੁੰਦਾ ਹੈ
कि इस संप्रदा का नाम है जिहड़ा वो नानकसारी क्यों रखिया, अंगद सर, गोबिंद सर, अर्जन सर क्यों नहीं, नानक सर क्यों, यह भी थोड़ा जिहा दस्सो। हाँ जी भाई साहब, ये भी एक गुरमत नाल संबंधित गल है कि जिस तरह गुरबाणी दे अंदर जी गुरु नानक देव जी महाराज बाणी उचारते ने तो शब्द की समाप्ति नानक पद ते हुंदी, आप जी जानते हो। बिल्कुल। इसे तरह गुरु अंगद देव जी महाराज उचारते हैं तो वो अंगद पद ते समाप्ति नहीं करते, वो नानक पद ते ही करते हैं। गुरु अमरदास जी, गुरु रामदास जी, श्री गुरु अर्जन देव जी महाराज, श्री गुरु तेग बहादुर साहब सच्चे पातशाह जी, गुरु साहब जिन्ना सतगुरां दी बाणी है, वो सतगुरु जी अपने नाम ते आके अपनी बाणी दे शब्द की समाप्ति नहीं करते, वो नानक पद ते समाप्ति करते। इसका मतलब कि ये जिहड़ा घर है किहदा, गुरु नानक दा घर। बिल्कुल। जे गुरु नानक दा घर है तो ओहदा नाम फिर नानक दे नाम ते ही होना चाहिए, जिहड़ा नाम के गुरबाणी विच आया है। सो गुरबाणी दे अनुसार ही बाबा जी ने सारे अस्थानां दा नाम कि जे जिथे आपां गुरु ग्रंथ साहब प्रकाश करने हैं, जे उहदे विचों आवाज़ नानक दी आउंदी है, आपां अरदास करके मत्था टेकदे हैं, कहने श्री गुरु नानक नाम चढ़दी कला, तेरे भाणे सरबत का भला, उत्थे नानक नाम आखदे। गुरु नानक दा घर है ते इस करके नानक सरनाम रखिया गया है। ਵੀਰ ਜੀ ਹੋਰ ਵੀ ਇਹਦੇ ਵਿੱਚ ਕੁਝ ਸਵਾਲ ਪੈਦਾ ਹੁੰਦੇ ਨੇ ਕਿ ਇਹ ਬਾਬਾ ਨੰਦ ਸਿੰਘ ਜੀ ਹੋਰਾਂ ਤੋਂ ਤੇ ਤੁਸੀਂ ਦੱਸ ਦਿੱਤਾ ਕਿ ਕਿਸ ਤਰ੍ਹਾਂ ਇਸ ਸੰਪਰਦਾਇ ਦੀ ਸ਼ੁਰੂਆਤ ਹੋਈ, ਔਰ ਇੱਥੇ ਇੱਕ ਚੀਜ਼ ਹੋਰ ਆਂਦੀ ਹੈ। ਬਾਬਾ ਨੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਵੀ ਕਿਤੇ ਜਾਂਦੇ ਹੁੰਦੇ ਸੀ ਉਹ ਆਪਣੀ ਕੁੱਲੀ ਕੱਖਾਂ ਦੀ ਬਣਾਉਂਦੇ ਹੁੰਦੇ ਸੀ ਤੇ ਉਹ ਜਾਣ ਤੋਂ ਬਾਅਦ ਉਸ ਕੁੱਲੀ ਨੂੰ ਜਿਹੜਾ ਹੈ ਉਹ ਫੇਰ ਸਾੜ ਜਾਂਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਇਸ ਤਰ੍ਹਾਂ ਦੀ ਗੱਲ ਦੇ ਵਿੱਚ ਇਹ ਸੱਚਾਈ ਕਿੰਨੀ ਕੁ ਹੈ ਔਰ ਇਹਦੇ ਪਿੱਛੇ ਲੌਜਿਕ ਕੀ ਹੈ? ਅਸਲ ਵਿੱਚ ਜੀ ਇਹ ਗੱਲ ਸੱਚ ਹੈ। ਅਸੀਂ ਵੀ ਤੁਹਾਡੇ ਵਾਂਗੂ ਤੁਸੀਂ ਸੁਣੀ ਹੋਏਗੀ, ਅਸੀਂ ਪੜ੍ਹੀ ਹੈ ਕਿਤਾਬਾਂ 'ਚੋਂ, ਅਸੀਂ ਬਾਬਾ ਜੀ ਦੇ ਕੋਈ ਦਰਸ਼ਨ ਤੇ ਕੀਤੇ ਨਹੀਂ ਸਾਕਸ਼ਾਤ, ਲੇਕਿਨ ਇਹ ਗੱਲ ਸੱਚ ਹੈ। ਉਹਦੇ ਪਿੱਛੇ ਆਪ ਜੀ ਜੋ ਲੌਜਿਕ ਪੁੱਛਦੇ ਹੋ ਜੀ, ਲੌਜਿਕ ਇਹ ਹੈ ਕਿ ਜੋ ਸਾਨੂੰ ਸਮਝ ਆਇਆ ਹੈ। ਵੈਸੇ ਮਹਾਂਪੁਰਸ਼ਾਂ ਦੀ ਗੱਲ ਨੂੰ ਸਮਝਣਾ ਤੇ ਆਮ ਸਧਾਰਨ ਦਿਮਾਗ ਦੇ ਵੱਸ ਦੀ ਗੱਲ ਨਹੀਂ ਹੁੰਦੀ, ਬੁੱਧੀ ਦੇ, ਲੇਕਿਨ ਜਿੰਨਾ ਕੁਛ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਤੋ ਜਿੰਨੀ ਕੁ ਸੁਮਤ ਮਿਲੀ ਹੈ ਉਹਦੇ ਮੁਤਾਬਕ ਕਿ ਇੱਕ ਸੰਸਾਰੀ ਬੰਦਾ ਉਹ ਕੋਸ਼ਿਸ਼ ਕਰਦਾ ਹੈ ਕਿ ਸੰਸਾਰ ਦੇ ਅੰਦਰ ਮੇਰਾ ਨਾਮ ਰਹਿ ਜਾਏ ਕਿਵੇਂ ਨਾ ਕਿਵੇਂ ਜੀ। ਉਹਦੇ ਕਰਕੇ ਉਹ ਮਕਾਨ ਬਣਾਉਂਦਾ ਹੈ, ਬਿਲਡਿੰਗਾਂ ਬਣਾਉਂਦਾ ਹੈ, ਜੇ ਕੋਈ ਜ਼ਿਆਦਾ ਗੁੰਜਾਇਸ਼ ਰੱਖਦਾ ਹੈ, ਕੋਈ ਵੱਡੇ ਵੱਡੇ ਕਿਲੇ ਬਣਾਤੇ ਰਾਜੇ ਮਹਾਰਾਜਿਆਂ ਨੇ, ਕਾਹਦੇ ਵਾਸਤੇ ਬਣਾਏ ਕਿ ਕਿਸੇ ਤਰੀਕੇ ਨਾਲ ਸਾਡਾ ਨਾਮ ਸੰਸਾਰ ਤੇ ਰਹਿ ਜਾਏ। ਲੇਕਿਨ ਉਹਦੇ ਬਾਵਜੂਦ ਵੀ ਸੰਸਾਰ ਤੇ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ। ਅੱਜ ਵੱਡੇ ਵੱਡੇ ਰਾਜੇ ਮਹਾਰਾਜੇ, ਔਰੰਗਜ਼ੇਬ ਵਰਗੇ, ਸ਼ਾਹਜਹਾਨ ਵਰਗੇ, ਅੱਜ ਉਹਨਾਂ ਦੇ ਜਿਹੜੇ ਕਿਲੇ ਬਣਾਏ ਹੋਏ ਹੈ ਉਹ ਬਿਲਕੁਲ ਵਿਰਾਨ ਪਏ ਹੈ ਤੇ ਇੱਕ ਖੰਡਰ ਦਿਖਾਈ ਦਿੰਦੇ ਆ ਦੇਖਣ। ਬਿਲਕੁਲ ਉਹ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਇਆ ਵਾਲੀ ਗੱਲ। ਬਿਲਕੁਲ ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਜਿਹੜਾ ਮਹਾਂਪੁਰਸ਼ ਹੈ ਜੀ, ਮਹਾਂਪੁਰਸ਼ ਸਾਰੀ ਜ਼ਿੰਦਗੀ ਕੋਸ਼ਿਸ਼ ਕਰਦਾ ਹੈ, ਜਿਹੜਾ ਸੰਤ ਹੈ, ਸੰਤ ਤੋਂ ਭਾਵ ਕਿਸੇ ਭੇਖ ਦੀ ਲਿਬਾਸ ਦੀ ਗੱਲ ਮੈਂ ਨਹੀਂ ਭਾਈ ਸਾਹਿਬ ਕਰ ਰਿਹਾ। ਅਸਲ ਵਿੱਚ ਸੰਸਾਰੀ ਤੋਂ ਭਾਵ ਇਹ ਵੀ ਨਹੀਂ ਕਿ ਜਿਹਨੇ ਵਿਆਹ ਕਰਾਇਆ ਹੋਇਆ, ਸੰਸਾਰੀ ਤੋਂ ਭਾਵ ਜੀ ਦੀ ਬਿਰਤੀ ਸੰਸਾਰੀ ਹੈ ਤੇ ਸੰਤ ਤੋਂ ਭਾਵ ਜੀ ਦੀ ਅਵਸਥਾ ਸੰਤ ਵਾਲੀ ਹੈ ਜੀ, ਤਿਆਗੀ ਅਵਸਥਾ, ਭਾਵ ਅਟੈਚਮੈਂਟ ਨਹੀਂ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇਵਨਾ ਤੇ ਘਟ ਬ੍ਰਹਮ ਨਿਵਾਸ। ਬਿਲਕੁਲ। ਉਹ ਸੰਤ ਕੋਸ਼ਿਸ਼ ਕਰਦਾ ਹੈ ਕਿ ਮੇਰੀ ਕੋਈ ਨਿਸ਼ਾਨੀ ਰਹੇ ਨਾ। ਇਸ ਕਰਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਜਿੱਥੇ ਜਾਂਦੇ ਸੀ ਵੀ ਨਾਮੋ ਨਿਸ਼ਾਨ ਹੀ ਨਾ ਰਹੇ, ਕੋਈ ਬਾਅਦ ਚ ਆ ਕੇ ਇੱਥੇ ਮੱਥਾ ਨਾ ਟੇਕਦਾ ਰਹੇ। ਇਸ ਕਰਕੇ ਨਾਮੋ ਨਿਸ਼ਾਨ ਜੇ ਨਾਮ ਰਹੇ ਤੇ ਕੇਵਲ ਸਾਡੇ ਗੁਰੂ ਦਾ ਨਾਮ ਰਹੇ, ਗੁਰੂ ਨਾਨਕ ਸਾਹਿਬ ਦਾ ਰਹੇ, ਕਲਗੀਧਰ ਪਾਤਸ਼ਾਹ ਦਾ ਰਹੇ। ਗੁਰੂ ਸਾਹਿਬ ਕਹਿੰਦੇ ਨੇ ਹੁਣ ਬਾਬਾ ਜੀ ਅੱਗ ਲਵਾ ਕੇ ਚਲੇ ਜਾਂਦੇ ਸੀ, ਉਹ ਤੇ ਨਿਸ਼ਾਨੀਆਂ ਮਿਟਾਉਣ ਦੀ ਕੋਸ਼ਿਸ਼ ਕਰਦੇ ਸੀ, ਲੇਕਿਨ ਸਾਰੇ ਸੰਸਾਰ ਤੇ ਓਨਾ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਨਾਮ ਤੁਸੀਂ ਦੇਖ ਲਓ ਕਿਵੇਂ ਪ੍ਰਗਟ ਹੈ, ਕਿਵੇਂ ਸੂਰਜ ਵਾਂਗੂ ਚਮਕ ਰਿਹਾ। ਕਿਉਂਕਿ ਗੁਰੂ ਸਾਹਿਬਾਂ ਦਾ ਫਰਮਾਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜੀ। ਭਾਵ ਨਾਮ ਜਪਣ ਵਾਲੇ ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਹੈ। ਤੋ ਇਹੀ ਇਹਦੇ ਪਿੱਛੇ ਲੌਜਿਕ ਹੈ ਜੀ। ਇਸ ਤੋਂ ਬਾਅਦ ਅਸੀਂ ਅੱਗੇ ਆਉਣੇ ਆ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਤੇ ਆਪਾਂ ਕਾਫੀ ਗੱਲ ਕਰ ਲਈ ਤੇ ਸੰਗਤਾਂ ਨੂੰ ਵੀ ਜ਼ਿਆਦਾ ਉਹਨਾਂ ਦੇ ਬਾਰੇ 'ਚ ਤੇ ਪਤਾ ਹੈ ਕਿ ਸੰਤ ਬਾਬਾ ਨੰਦ ਸਿੰਘ ਜੀ ਇਹ ਸਨ।
ਇਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਲਈਏ ਜਾਂ ਗੁਰੂ ਨਾਨਕ ਦੇਵ ਜੀ ਕਹਿ ਲਈਏ। ਤੇ ਉਸ ਤੋਂ ਬਾਅਦ ਜਿਵੇਂ ਇੱਕ ਰੁੱਖ ਦੀਆਂ ਸੈਂਕੜੇ ਟਾਹਣ ਹੁੰਦੇ ਨੇ, ਸੈਂਕੜੇ ਸ਼ਾਖਾਵਾਂ ਹੁੰਦੀਆਂ, ਸੈਂਕੜੇ ਅੱਗੇ ਪੱਤੇ ਹੁੰਦੇ ਆ, ਸੈਂਕੜੇ ਹੀ ਫੁੱਲ ਹੁੰਦੇ ਆ, ਅੱਗੇ ਜਾ ਕੇ ਉਹ ਇੱਕ ਨਹੀਂ ਰਹਿੰਦਾ, ਉਸ ਤੋਂ ਵਿਸਤਾਰ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਦਾ ਵਿਸਤਾਰ ਸੰਤ ਬਾਬਾ ਨੰਦ ਸਿੰਘ ਜੀ ਤੋਂ ਬਾਅਦ ਨਾਨਕਸਰ ਸੰਪਰਦਾਇ ਵਿੱਚ ਵੀ ਹੋਇਆ ਹੋਵੇਗਾ। ਉਹਨਾਂ ਤੋਂ ਅੱਗੇ ਕਿਹੜੇ ਕਿਹੜੇ ਮਹਾਂਪੁਰਸ਼ ਇਸ ਸੰਪਰਦਾ ਦੇ ਵਿੱਚ ਆਏ ਔਰ ਉਹਨਾਂ ਦੇ ਬਾਰੇ 'ਚ ਤੁਸੀਂ ਦੱਸੋ ਕਿ ਇਹ ਸੰਪਰਦਾ ਦੇ ਜਿਹੜੇ ਅਗਲੀਆਂ ਬ੍ਰਾਂਚਿਸ, ਅਗਲੇ ਜਿਹੜੇ ਇਸ ਦੀਆਂ ਸ਼ਾਖਾਵਾਂ ਨੇ ਉਹ ਕੀ ਹੈ? ਦੇਖੋ ਜੀ, ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਤੇ ਸੰਤ ਮਹਾਂਪੁਰਸ਼ ਬਹੁਤ ਹੋਏ ਨੇ, ਲੇਕਿਨ ਬਾਬਾ ਜੀ ਤੋਂ ਬਾਅਦ ਜੋ ਬਾਬਾ ਜੀ ਦਾ ਮੁੱਖ ਅਸਥਾਨ ਸੀ ਨਾਨਕਸਰ ਕਲੇਰਾਂ ਜੀ, ਜਿਹਨੂੰ ਜਗਰਾਉਂ ਦੇ ਪਾਸ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਵੱਡਾ ਨਾਨਕਸਰ ਵੀ ਆਖਦੇ ਹਾਂ, ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਮੁੱਖ ਅਸਥਾਨ ਸੀ। ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਦੀ ਹਜ਼ੂਰੀ ਸੇਵਾ ਨਿਭਾਉਂਦੇ ਸਨ ਜੀ। ਬਾਬਾ ਜੀ ਤੋਂ ਬਾਅਦ ਬਾਬਾ ਜੀ ਨੇ ਆਪਣੀ ਬਖਸ਼ਿਸ਼ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉੱਤੇ ਕੀਤੀ ਜੀ। ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਫਿਰ ਸਮਝੋ ਜਿਵੇਂ ਕਮਰ ਕਸਾ ਕਰੀਦਾ, 6-7 ਸਾਲ ਤਾਂ ਬਾਬਾ ਜੀ ਉਹਨਾਂ ਦੇ ਵਿਯੋਗ ਵਿੱਚ ਵੈਰਾਗ 'ਚ ਹੀ ਰਹੇ। ਹਾਂਜੀ, ਕੁਝ ਸਮਾਂ ਦੇਹਰਾਦੂਨ ਬਿਤਾਇਆ, ਕੁਝ ਸਮਾਂ ਝੋਰੜੀ ਬਿਤਾਇਆ। ਫਿਰ ਬਾਬਾ ਜੀ ਤਕਰੀਬਨ ਸੰਨ 1950 ਵਿੱਚ ਨਾਨਕਸਰ ਆ ਕੇ ਸੰਗਤਾਂ ਨੇ ਕਿਹਾ ਜੀ ਹੁਣ ਤੁਸੀਂ ਇਸ ਅਸਥਾਨ ਦੀ ਜ਼ਿੰਮੇਵਾਰੀ ਵਾਗਡੋਰ ਸੰਭਾਲੋ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਉੱਥੇ ਆ ਕੇ ਨਾਨਕਸਰ ਅਸਥਾਨ ਜੋ ਅੱਜ ਅਸੀਂ ਦੇਖਦੇ ਹਾਂ ਉਹ ਕਾਇਮ ਕੀਤਾ। ਤੇ ਉੱਥੇ ਇਸੇ ਤਰ੍ਹਾਂ ਹੀ ਜੋ ਕਿ ਪਹਿਲਾਂ ਬਾਬਾ ਨੰਦ ਸਿੰਘ ਜੀ ਦੇ ਟਾਈਮ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਤੇ ਨਾਲ ਹੀ ਕਥਾ ਕੀਰਤਨ ਦੀ ਜੋ ਮਰਿਆਦਾ ਹੈ ਉਹ ਨਿਤਨੇਮ ਪੱਕੇ ਤੌਰ ਤੇ ਪ੍ਰਚਲਿਤ ਕਰ ਦਿੱਤਾ। ਤੇ ਨਾਲ ਹੀ ਬਾਬਾ ਜੀ ਨੇ ਕਮਰ ਕਸਾ ਕਰਕੇ ਇੱਕ ਦਿਨ ਵਿੱਚ 6-6 7-7 ਪਿੰਡਾਂ ਦੇ ਵਿੱਚ ਜਾ ਕੇ 13 ਸਾਲ ਬਾਬਾ ਜੀ ਨੇ ਸੇਵਾ ਨਿਭਾਈ ਹੈ 63 ਤੱਕ। ਤੇ 13 ਸਾਲਾਂ ਦੇ ਵਿੱਚ ਬਾਬਾ ਜੀ ਨੇ ਜਿੱਥੇ ਜਾਣਾ ਉੱਥੇ ਪਹਿਲਾਂ ਰਾਗੀ ਜਥੇ ਨੂੰ ਭੇਜਣਾ, ਰਾਗੀਆਂ ਨੇ ਕੀਰਤਨ ਕਰਨਾ, ਉਦੋਂ ਬਾਅਦ ਬਾਬਾ ਜੀ ਨੇ ਕੁਝ ਸਮਾਂ ਬਚਨ ਕਰਨੇ, ਫਿਰ 5 ਪਿਆਰੇ ਨਾਲ ਹੀ ਹੁੰਦੇ ਸਨ, ਜਿਹੜੇ ਅੰਮ੍ਰਿਤ ਛਕਣ ਵਾਸਤੇ ਪ੍ਰਾਣੀ ਤਿਆਰ ਹੋ ਜਾਂਦੇ ਸੀ ਨਾਲ ਹੀ ਅੰਮ੍ਰਿਤ ਛਕਾ ਦਿੰਦੇ ਸਨ। ਇਸ ਤਰ੍ਹਾਂ ਬਾਬਾ ਜੀ ਨੇ ਤਕਰੀਬਨ ਜੋ ਗਿਣਤੀ ਆਉਂਦੀ ਹੈ, ਵੈਸੇ ਤੇ ਗਿਣਤੀ ਮਿਣਤੀ ਛੁੰਦੀਆਂ ਨਹੀਂ ਗੱਲਾਂ ਇਹ, ਪਰ ਬਾਬਾ ਜੀ ਨੇ 7.5 ਲੱਖ ਪ੍ਰਾਣੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ ਆਪਣੇ 13 ਸਾਲਾਂ ਦੇ ਸਮੇਂ 'ਚ। ਦਿਨ ਰਾਤ ਇੱਕ ਕਰੀ ਰੱਖਿਆ। ਸਵੇਰੇ ਵੀ ਉਹ ਰਾਗੀ ਡਿਊਟੀ ਨਿਭਾਉਂਦੇ ਸਨ, ਬਾਬਾ ਜੀ ਦੇ ਹੈੱਡ ਰਾਗੀ ਭਾਈ ਸਾਹਿਬ ਭਾਈ ਕੇਰ ਸਿੰਘ ਜੀ। ਫਿਰ 4-5 ਪਿੰਡਾਂ 'ਚ ਕੀਰਤਨ ਕਰਕੇ ਸ਼ਾਮ ਨੂੰ ਫਿਰ ਆ ਕੇ ਡਿਊਟੀ ਕਰਦੇ ਸਨ ਨਾਨਕਸਰ। ਤੇ ਜਿਨ੍ਹਾਂ ਦੇ ਪਾਸ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ, ਇਹ ਵੀ ਬਾਬਾ ਜੀ ਦੇ ਨਾਲ ਹੁੰਦੇ ਸਨ। ਅੰਮ੍ਰਿਤ ਛਕਾਉਣ ਦੀ ਸੇਵਾ ਬਾਬਾ ਗੇਜਾ ਸਿੰਘ ਜੀ ਹੋਰਾਂ ਤੋਂ ਪਹਿਲਾਂ ਸੰਤ ਬਾਬਾ ਗੁਰਦੇਵ ਸਿੰਘ ਜੀ ਆਪ ਕਰਦੇ ਰਹੇ ਹੈ। 5 ਪਿਆਰਿਆਂ ਦੇ ਹੈੱਡ ਹੁੰਦੇ ਸਨ, ਮੁਖੀ ਹੁੰਦੇ ਸਨ। ਤੇ ਬਾਬਾ ਜੀ ਤੋਂ ਬਾਅਦ ਵੈਸੇ ਬਾਬਾ ਜੀ ਦੇ ਗੁਰ ਭਾਈ ਜੋ ਮੁੱਖ ਬਾਬਾ ਜੀ ਦੇ ਹਜ਼ੂਰੀਏ ਸਨ, ਸੰਤ ਬਾਬਾ ਸਾਧੂ ਸਿੰਘ ਜੀ, ਫਿਰ ਉਹ ਸੰਤ ਬਾਬਾ ਕੁੰਦਨ ਸਿੰਘ ਜੀ, ਇਹ ਹੋਰ ਵੀ ਮਹਾਂਪੁਰਸ਼ ਸੰਤ ਜਿਹੜੇ ਜਿਨ੍ਹਾਂ ਨੇ ਸੇਵਾ ਨਿਭਾਈ ਹੈ। ਤੇ ਅੱਜ ਕੱਲ੍ਹ ਉਹ ਨਾਨਕਸਰ ਅਸਥਾਨ ਤੇ ਅੱਜ ਉਹਨਾਂ ਦੇ ਸੇਵਾਦਾਰ ਨੇ, ਆਪ ਤੇ ਸਰੀਰ ਕਰਕੇ ਉਹ ਨਹੀਂ ਰਹੇ। ਤੇ ਬਾਬਾ ਜੀ ਨੂੰ ਜੋ ਇਸ਼ਾਰਾ ਸੀ, ਫਿਰ ਬਾਬਾ ਜੀ ਉੱਥੋਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਬਾਅਦ ਭਾਈ ਕੀ ਸਮਾਧ ਆ ਗਏ। ਇਹ ਉੱਥੋਂ ਕਸ਼ਹਿਰਾ ਪਰਨਾ ਹੀ ਲੈ ਕੇ ਆਏ ਸਨ ਜੀ। ਤੇ ਦੇਖੋ ਜੋ ਬਖਸ਼ਿਸ਼ ਹੁੰਦੀ ਹੈ ਮਹਾਂਪੁਰਸ਼ ਤੇ, ਬਖਸ਼ਿਸ਼ ਅਸਲ ਵਿੱਚ ਬਾਬਾ ਜੀ ਦੇ ਪਾਸ ਆਪਾਂ ਕਹਿ ਲਈਏ ਕਿ ਉਹੀ ਚੀਜ਼ ਸੀ, ਉਹ ਲੈ ਕੇ ਆਏ। ਤੇ ਇੱਥੇ ਆ ਕੇ ਫਿਰ ਭਾਈ ਕੀ ਸਮਾਧ ਸਮਝੋ ਉਹਨਾਂ ਨੇ 0 ਤੋਂ ਸ਼ੁਰੂ ਕਰਕੇ ਤੇ ਅੱਜ ਦੇਸ਼ਾਂ ਵਿਦੇਸ਼ਾਂ 'ਚ 17 ਅਸਥਾਨ ਜਿਹੜੇ ਸਨ ਉਹ ਕਾਇਮ ਕਰ ਦਿੱਤੇ ਹੈ। ਉਹਨਾਂ ਸਥਾਨਾਂ 'ਤੇ ਵੀ ਆਪ ਜੀ ਇੱਥੇ ਦਿੱਲੀ ਅਸਥਾਨ 'ਤੇ 4-5 ਦਿਨ ਰਹਿ ਕੇ ਆਪ ਜੀ ਨੇ ਦਰਸ਼ਨ ਕੀਤੇ ਹੈ, ਦੇਖਿਆ ਹੈ, ਤੱਕਿਆ ਕਿ ਕਿਸ ਤਰ੍ਹਾਂ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਕਥਾ ਕੀਰਤਨ ਦਾ ਵੀ, ਤੇ ਜੋ ਸੰਗਤਾਂ ਆਉਂਦੀਆਂ ਉਹਨਾਂ ਨੂੰ ਲੰਗਰ ਵੀ ਵਰਤਦੇ ਹੈ, ਜਿਹੜੇ ਕੋਈ ਆਉਂਦੇ ਆ ਉਹਨਾਂ ਨੂੰ ਰਿਹਾਇਸ਼ ਵਾਸਤੇ ਵੀ, ਲੇਕਿਨ ਉਹਦਾ ਨਾ ਕੋਈ ਇੱਥੇ ਕਿਸੇ ਕਿਸਮ ਦਾ ਚਾਰਜ ਹੈ। ਤੇ ਇੱਥੇ ਸਿਰਫ ਨਿਸ਼ਕਾਮ ਸੇਵਾ, ਬਾਕੀ ਚੈਰੀਟੇਬਲ ਡਿਸਪੈਂਸਰੀ ਬਣੀ ਹੋਈ ਹੈ। ਉੱਥੇ ਕਈ ਡਾਕਟਰ ਸਮੇਂ ਸਮੇਂ 'ਤੇ ਆ ਕੇ ਬੈਠਦੇ ਹੈ, ਦਵਾਈਆਂ ਵੀ ਦਿੱਤੀਆਂ ਜਾਂਦੀਆਂ। ਬਾਬਾ ਜੀ ਦੇ ਤਕਰੀਬਨ ਸਾਰੇ ਹੀ ਸਥਾਨਾਂ 'ਤੇ ਨਾ ਜੀ ਚੈਰੀਟੇਬਲ, ਭਾਈ ਕੀ ਸਮਾਧ ਵਿਖੇ ਵੀ ਚੈਰੀਟੇਬਲ ਡਿਸਪੈਂਸਰੀ ਹੈ। ਬਾਹਰ ਵੀ ਜਿੰਨੇ ਸਥਾਨ ਹੈ ਉਹਨਾਂ ਸਥਾਨਾਂ 'ਤੇ ਜੋ ਆਪਾਂ ਨੂੰ ਤਕਰੀਬਨ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦਵਾਈਆਂ ਚਾਹੀਦੀਆਂ ਹੁੰਦੀਆਂ, ਜਾਂ ਕਿਸੇ ਦਾ ਸਿਰ ਦੁਖਦਾ ਹੈ, ਬੁਖਾਰ ਹੋਇਆ ਜਾਂ ਹੋਰ ਤਕਲੀਫ ਹੈ, ਅਸੀਂ ਦਵਾਈਆਂ ਸਪੈਸ਼ਲ ਵੀ ਭੇਜਦੇ ਹਾਂ ਬਾਹਰਲੇ ਮੁਲਕਾਂ ਤੱਕ।
ਜੀ। ਤੋ ਜਿੰਨੀ ਮਤਲਬ ਸਿੱਖ ਕੌਮ ਦੀ ਜੋ ਸੇਵਾ ਹੈ ਤੇ ਬਾਹਰਲੇ ਮੁਲਕਾਂ ਵਿੱਚ ਵੀ ਬਾਬਾ ਜੀ ਦੇ ਸਾਰੇ ਅਸਥਾਨਾਂ ਤੇ ਨਾਲੇ ਤੇ ਇੱਕ ਇੱਕ ਦਿਨ ਉੱਥੇ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਹੈ। ਔਰ ਉਸ ਤੋਂ ਉਪਰੰਤ ਖੰਡੇ ਬਾਟੇ ਦਾ ਅੰਮ੍ਰਿਤ ਵੀ ਪਾਨ ਕਰਵਾਇਆ ਜਾਂਦਾ ਹਰ ਮਹੀਨੇ ਤਕਰੀਬਨ ਸਾਰੇ ਹੀ ਅਸਥਾਨਾਂ ਤੇ। ਸੋ ਇੰਜ ਕਹਿ ਲਈਏ ਵੀ ਬਾਬਾ ਜੀ ਨੇ ਜਿੰਨੇ ਵੀ ਅਸਥਾਨ ਕਾਇਮ ਕੀਤੇ ਹੈ ਉਹਨਾਂ ਤੇ ਗੁਰਮਤਿ ਮਰਿਆਦਾ ਜੋ ਕਲਗੀਧਰ ਪਾਤਸ਼ਾਹ ਜੀ ਇਹ ਪੰਥ ਚਲਾ ਕੇ ਗਏ ਹੈ ਉਹਦੀ ਚੜ੍ਹਦੀ ਕਲਾ ਵਾਸਤੇ ਬਾਬਾ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਵੀਰ ਜੀ ਤੁਸੀਂ ਬਾਬਾ ਜੀ ਦੇ ਬਾਰੇ 'ਚ ਵੈਸੇ ਤੇ ਸਭ ਕੁਝ ਦੱਸ ਦਿੱਤਾ ਹੈ, ਇੱਥੇ ਸਪੈਸ਼ਲੀ ਮੇਰੀ ਮੁਰਾਦ ਹੈ ਸੰਤ ਬਾਬਾ ਗੁਰਦੇਵ ਸਿੰਘ ਜੀ ਸਮਾਧ ਭਾਈਕੇ ਵਾਲਿਆਂ ਤੋਂ। ਹਾਂਜੀ। ਉਹਨਾਂ ਦੀ ਸ਼ਖਸੀਅਤ ਦੇ ਹੋਰ ਜਿਹੜੇ ਗੁਣ ਤੁਸੀਂ ਲਾਗੇ ਰਹਿ ਕੇ ਦੇਖੇ ਨੇ, ਜਿਹੜੇ ਗੁਣ ਆਮ ਜਿਹੜੇ ਆ ਉਹ ਸਾਡੇ ਸਰੋਤਿਆਂ ਨੂੰ ਨਹੀਂ ਪਤਾ, ਉਹ ਵੀ ਥੋੜੇ ਦੱਸੋ। ਉਹ ਤੇ ਭਾਈ ਸਾਹਿਬ ਜੋ ਅਸੀਂ ਨੇੜੇ ਰਹਿ ਕੇ ਤੱਕਿਆ ਕਿ ਜਿਹਨੂੰ ਆਪਾਂ ਇੱਕ ਸਾਧੂ ਆਖਦੇ ਹਾਂ ਜੀ, ਇੱਕ ਤੇ ਉਹਨਾਂ ਦੇ ਚੇਤੇ ਵਿੱਚ ਕਿਸੇ ਚੀਜ਼ ਦੀ ਕੋਈ ਪਕੜ ਨਹੀਂ ਹੈ, ਮਮਤਾ ਨਹੀਂ ਹੈ ਜੀ। ਜਦੋਂ ਇੱਥੇ ਤੁਹਾਡੇ ਪਾਸ ਬੈਠੇ ਹੈ ਤੇ ਤੁਹਾਡੇ ਨਾਲ ਇਦਾਂ ਦਾ ਵਿਵਹਾਰ ਕਰਨਗੇ ਕਿ ਬਹੁਤ ਪਿਆਰ ਹੈ, ਲੇਕਿਨ ਜਦੋਂ ਦੂਸਰੀ ਜਗ੍ਹਾ ਚਲੇ ਜਾਣਾ ਹੈ ਉਦੋਂ ਉਹ ਕੋਈ ਅਟੈਚਮੈਂਟ ਕੋਈ ਨਹੀਂ ਹੈ ਜੀ ਕਿ ਹੁਣ ਜੀ ਉਹਦੀ ਬੜੀ ਯਾਦ ਆ ਰਹੀ ਹੈ ਜਾਂ ਬੜਾ ਚੇਤਾ ਆ ਰਿਹਾ ਤੇ ਉਹਦੇ ਬਿਨਾਂ ਰਿਹਾ ਨਹੀਂ ਜਾਏਗਾ। ਬਾਬਾ ਜੀ ਨੇ ਇੱਕ ਜਗ੍ਹਾ ਤੇ ਲੰਬਾ ਸਮਾਂ ਬਾਬਾ ਜੀ ਟਿਕ ਕੇ ਨਹੀਂ ਰਹੇ ਕਿਉਂਕਿ ਬਾਬਾ ਜੀ ਨੇ ਕਿਸੇ ਅਸਥਾਨ ਨਾਲ ਅਟੈਚਮੈਂਟ ਨਹੀਂ ਬਣਾਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਾਬਾ ਜੀ ਇੱਥੇ ਇੱਦਾਂ ਰਹਿੰਦੇ ਹੈ ਕਿ ਜਿਵੇਂ ਕੋਈ ਪ੍ਰਾਹੁਣਾ ਰਹਿੰਦਾ ਹੈ, ਭਾਵ ਕਿ ਮਹਿਮਾਨ ਨਹੀਂ ਆਉਂਦਾ 4 ਦਿਨ ਰਹਿਣ ਵਾਸਤੇ ਆਏ। ਜੋ ਇੱਕ ਗੁਰੂ ਸਾਹਿਬ ਸਾਨੂੰ ਕਹਿੰਦੇ ਹੈ ਕਿ ਅਸੀਂ ਇੱਥੇ ਸੰਸਾਰ ਤੇ ਵੀ 4 ਦਿਨਾਂ ਦੇ ਮਹਿਮਾਨ ਹੈ, ਫਿਰ ਚਲੇ ਜਾਣਾ ਹੈ। ਭਾਵ ਉਹ ਜੁਗਤੀ ਉਹਨਾਂ ਨੇ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ। ਜਿੱਥੇ ਵੀ ਜਾਂਦੇ ਹੈ ਨਾ ਉਹ ਇਉਂ ਲੱਗਦਾ ਵੀ ਇੱਕ ਮਹਿਮਾਨ ਹੈ, ਕੋਈ ਇੱਥੋਂ ਦੇ ਆਗੂ ਨਹੀਂ ਤੇ ਬਿਲਕੁਲ ਆਪਣਾ ਆਪਾ ਨਹੀਂ ਜਣਾਉਂਦੇ ਕਿ ਇਹ ਸਥਾਨ ਮੈਂ ਬਣਾਏ ਨੇ। ਜੇ ਆਪਾਂ ਕਹਿ ਦਈਏ ਕਿਸੇ ਵੇਲੇ ਅਸੀਂ ਕਿ ਜੀ ਆਪਣਾ ਸਥਾਨ ਫਲਾਨੀ ਜਗ੍ਹਾ ਵੀ ਹੈ, ਕੋਈ ਸੰਗਤ ਦਾ ਪ੍ਰੇਮੀ ਆਏ ਤੇ ਬਾਬਾ ਜੀ ਕਹਿਣਗੇ ਨਹੀਂ ਇਹ ਸਥਾਨ ਆਪਣੇ ਨਹੀਂ ਹੁੰਦੇ, ਸਥਾਨ ਤੇ ਗੁਰੂ ਦੇ ਹੁੰਦੇ ਹੈ ਜਾਂ ਸੰਗਤਾਂ ਦੇ ਹੁੰਦੇ। ਅਸੀਂ ਤੇ ਕਥਾ ਕੀਰਤਨ ਕਰਦੇ ਸੀ, ਸੰਗਤਾਂ ਨੇ ਜਿੱਥੇ ਜਿੱਥੇ ਕਹਿੰਦੇ ਅਸਥਾਨ ਬਣਾਏ ਅਸੀਂ ਉੱਥੇ ਉੱਥੇ ਜਾ ਕੇ ਕਥਾ ਕੀਰਤਨ ਕੀਤਾ, ਆਪਦਾ ਆਪਾ ਨਹੀਂ ਜਣਾਉਂਦੇ। ਦੂਸਰੇ ਨੰਬਰ ਤੇ ਬਾਬਾ ਜੀ ਦੇ ਨਾਮ 1 ਇੰਚ ਵੀ ਕੋਈ ਜ਼ਮੀਨ ਨਹੀਂ ਹੈ ਸ਼ੁਰੂ ਤੋਂ ਜੀ। ਬਾਬਾ ਜੀ ਦਾ ਕੋਈ ਬੈਂਕ ਅਕਾਊਂਟ ਨਹੀਂ ਹੈ, ਕਿਸੇ ਪੈਸੇ ਨੂੰ ਬਾਬਾ ਜੀ ਹੱਥ ਨਹੀਂ ਲਾਉਂਦੇ ਜੀ। ਜੋ ਪੈਸਾ ਆਉਂਦਾ ਹੈ ਜੋ ਜਗ੍ਹਾ ਦੇ ਮੁਖੀ ਹੁੰਦੇ ਨੇ ਜੀ ਉਹੀ ਸੰਭਾਲਦੇ ਨੇ, ਉਹੀ ਵਰਤਦੇ ਨੇ। ਕੋਈ ਬਿਲਡਿੰਗ ਬਣਾਉਣ ਦੀ ਕਿੱਥੇ ਜ਼ਰੂਰਤ ਹੈ ਕਿੱਥੇ ਨਹੀਂ ਜ਼ਰੂਰਤ, ਉਹ ਆਪਣੇ ਆਪ ਜੋ ਮਰਜ਼ੀ ਕਰਨ ਜੀ। ਮਹਾਂਪੁਰਸ਼ਾਂ ਨੇ ਆਪਣੇ ਲਈ ਐਡੀ ਪਰਹੇਜ਼ਗਾਰੀ ਹੈ ਕਿ ਜਿਹੜੇ ਅਸੀਂ ਬਸਤਰ ਕੋਲੇ ਰੱਖ ਦੇਣੇ ਉਹੀ ਪਹਿਨ ਲੈਣੇ ਹੈ। ਕੁਛ ਵੀ ਆਪਣੇ ਪਾਸ ਨਹੀਂ, ਕਿਸੇ ਚੀਜ਼ ਤੇ ਕਿਸੇ ਕੋਈ ਅਲਮਾਰੀ ਨੂੰ ਜਾਂ ਕਿਸੇ ਚੀਜ਼ ਨੂੰ ਕੋਈ ਲੌਕ ਨਹੀਂ, ਸਭ ਕੁਝ ਖੁੱਲ੍ਹਾ ਪਿਆ ਹੈ ਜੀ। ਕੋਈ ਕਿਸੇ ਚੀਜ਼ ਨਾਲ ਅਟੈਚਮੈਂਟ ਨਹੀਂ। ਇਸ ਤਰ੍ਹਾਂ ਰਹਿਣਾ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਗੁਰੂ ਨਾਨਕ ਸਾਹਿਬ ਜੈਸੇ ਜਲ ਮੈਂ ਕਮਲ ਨਿਰਾਲਮ ਜੀ ਮੁਰਗਾਈ ਨੈਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ। ਇਉਂ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਸੁਰਤ ਹੈ ਨਾ ਉਹ ਹਮੇਸ਼ਾ ਗੁਰੂ ਕੀ ਬਾਣੀ ਨਾਲ, ਕੀਰਤਨ ਨਾਲ, ਪਾਠ ਨਾਲ ਜੁੜੀ ਰਹਿੰਦੀ ਹੈ। ਜੇ ਮੰਨ ਲਓ ਕੁਛ ਸਮਾਂ ਆਰਾਮ ਕਰਨ ਲਈ ਲੇਟ ਵੀ ਗਏ ਨਾ ਉਸ ਵੇਲੇ ਵੀ ਕਹਿਣਾ ਵੀ ਆ ਸੁਖਮਨੀ ਸਾਹਿਬ ਦਾ ਪਾਠ ਚਲਾ ਦਿਓ ਕੋਲੇ ਜੀ। ਤੋ ਇਸ ਪ੍ਰਕਾਰ ਜੋ ਬਾਬਾ ਜੀ ਦੀ ਸ਼ਖਸੀਅਤ ਹੈ ਉਹ ਮੈਂ ਸਮਝਦਾ ਕਿ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਜੀ, ਇਹ ਅਵਸਥਾ ਉਹਨਾਂ ਦੀ ਹੈ। ਕਹੋ ਨਾਨਕ ਸੁੰਦਰੇ ਮਨਾ ਤੇ ਘਟ ਬ੍ਰਹਮ ਨਿਵਾਸ। ਵੀਰ ਜੀ ਇਸ ਤੋਂ ਇਲਾਵਾ ਅੱਜ ਸਾਡੀ ਕੌਮ ਨੂੰ ਧਰਮ ਦੇ ਨਾਲ ਜੋੜਨ ਲਈ, ਧਰਮ ਦੀ ਸੇਧ ਦੇਣ ਲਈ ਕੁਰਾਏ ਪਏ ਹੋਏ ਨੌਜਵਾਨਾਂ ਨੂੰ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਤੁਸੀਂ ਇੱਕ ਵਿਦਵਾਨ ਹੋ, ਗੁਰਮਤਿ ਦੇ ਕਥਾਵਾਚਕ ਹੋ, ਤੇ ਇਹ ਹੋਣ ਦੇ ਨਾਤੇ ਤੁਸੀਂ ਕੀ ਸੰਦੇਸ਼ ਹੈ ਜਿਹੜਾ ਉਹ ਸਾਡੀ ਕੌਮ ਨੂੰ, ਨੌਜਵਾਨਾਂ ਨੂੰ ਦੇਣਾ ਚਾਹੋਗੇ? ਦੇਖੋ ਜੀ, ਸੰਦੇਸ਼ ਤੇ ਕੋਈ ਜੋ ਜ਼ਿੰਮੇਵਾਰ ਤੇ ਵੱਡੇ ਪਦ ਤੇ ਬੰਦਾ ਹੁੰਦਾ ਉਹ ਦਿੰਦਾ ਹੈ। ਅਸੀਂ ਤੇ ਸੇਵਾਦਾਰ ਹੈ, ਸੰਦੇਸ਼ ਨਹੀਂ। ਅਸੀਂ ਤੇ ਬੇਨਤੀ ਕਰਨ ਵਾਲੇ ਹਾਂ। ਦੀਵਾਨ ਵਿੱਚ ਵੀ ਬੈਠ ਕੇ ਗੁਰੂ ਸਾਹਿਬਾਂ ਵੱਲੋਂ ਪ੍ਰਤੀਨਿਧਤਾ, ਆਪਣੇ ਵੱਲੋਂ ਨਹੀਂ, ਕੋਈ ਗੁਰੂ ਸਾਹਿਬਾਂ ਦੀ ਗੁਰਮਤਿ ਤੇ ਇਤਿਹਾਸ ਦੀ ਸੁਣਾਉਣ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੀ ਕਿਰਪਾ ਨਾਲ। ਤੋ ਬੇਨਤੀ ਕਰਦੇ ਆ ਕਿ ਚਾਹੁੰਦਾ ਦਿਲ ਕਿ ਜਿਹੜੇ ਕੌਮ ਦੇ ਨੌਜਵਾਨ ਹੈ
ਉਹਨਾਂ ਨੂੰ ਸਾਡੇ ਜਿਹੜੇ ਪੁਰਖੇ ਹੈ, ਸਾਡੇ ਵਡੇਰੇ ਹੈ, ਜਿਨ੍ਹਾਂ ਦਾ ਅਸੀਂ ਇਤਿਹਾਸ ਵਿੱਚ ਜ਼ਿਕਰ ਕਰਦੇ ਹਾਂ ਜੀ, ਜਿਹੜੇ ਸਾਖਸ਼ਾਤ ਹੀਰੋ ਨੇ, ਸਟਾਰ ਨੇ। ਕਿਉਂਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਨੇ ਨਾ, ਉਹ ਸਟਾਰਾਂ ਤੋਂ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਆ। ਉੱਦਾਂ ਦੇ ਕੱਪੜੇ ਪਾਉਣੇ, ਉੱਦਾਂ ਦਾ ਲਿਬਾਸ, ਆਪਣਾ ਚਿਹਰਾ ਮੋਹਰਾ ਬਣਾ ਲੈਣਾ। ਸਾਡੀ ਕੌਮ ਦੇ ਕਿੱਡੇ ਕਿੱਡੇ ਸਟਾਰ ਹੋਏ ਆ ਜੀ। ਦੇਖੋ, ਭਗਤੀ ਵਾਲੇ ਪਾਸੇ ਜਾਈਏ, ਬਾਬਾ ਬੁੱਢਾ ਜੀ, ਵਿਦਵਤਾ ਵਾਲੇ ਪਾਸੇ ਜਾਈਏ, ਭਾਈ ਗੁਰਦਾਸ ਜੀ ਜੀ। ਫਿਰ ਜੇ ਸੂਰਬੀਰਤਾ ਵਾਲੇ ਪਾਸੇ ਭਗਤੀ ਤੇ ਸ਼ਕਤੀ ਦਾ ਸੁਮੇਲ ਦੇਖਣਾ ਹੋਏ, ਬਾਬਾ ਦੀਪ ਸਿੰਘ ਜੀ, ਬਿਲਕੁਲ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ। ਇਸ ਤਰ੍ਹਾਂ ਦੇ ਇੱਕ ਨਹੀਂ, ਹਜ਼ਾਰਾਂ ਹੀ ਸਾਡੇ ਸਿੱਖ ਨੇ। ਕੋਈ ਚਰਖੜੀਆਂ ਤੇ ਚੜ੍ਹ ਗਿਆ, ਕਿਸੇ ਦੇ ਬੰਦ ਕੱਟੇ ਗਏ, ਕੋਈ ਨੇਜਿਆਂ ਤੇ ਟੰਗੇ ਗਏ। ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੇ ਨਾਲ 700 ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਸਾਡੇ ਸਾਖਸ਼ਾਤ ਹਜ਼ਾਰਾਂ ਦੀ ਗਿਣਤੀ ਵਿੱਚ ਐਸੇ ਹੀਰੋ ਤੇ ਸਟਾਰ ਨੇ ਜਿਨ੍ਹਾਂ ਨਾਲ ਸਾਡਾ ਇਤਿਹਾਸ ਭਰਿਆ ਹੋਇਆ। ਸਾਡੇ ਨੌਜਵਾਨਾਂ ਨੂੰ ਲੋੜ ਹੈ ਉਹਨਾਂ ਦੀ ਰੀਸ ਕਰਨ ਦੀ, ਤੇ ਉਹਨਾਂ ਦੇ ਅਨੁਸਾਰ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਨਕਸ਼ੇ ਕਦਮ ਤੇ ਚੱਲਣ ਦੀ ਲੋੜ ਹੈ। ਤੇ ਉਹ ਚੱਲਣ ਦਾ ਮਤਲਬ ਹੈ ਕਿ ਅਸੀਂ ਬਾਣੀ ਨਾਲ ਤੇ ਬਾਣੀ ਨਾਲ ਜੁੜੀਏ। ਬਾਣੀ ਨਾਲ ਤੇ ਤਕਰੀਬਨ ਆ ਕੇ ਅਸੀਂ ਇਉਂ ਸਮਝਦੇ ਹਾਂ ਵੀ ਅਸੀਂ ਜੁੜੇ ਹੋਏ ਹਾਂ, ਮੱਥਾ ਟੇਕ ਜਾਂਦੇ ਹਾਂ, ਪਰ ਨਹੀਂ। ਬਾਣੀ ਨਾਲ ਜੁੜਨਾ ਕੀ ਹੈ? ਤੁਹਾਡਾ ਰੋਜ਼ ਦਾ ਨਿਤਨੇਮ ਹੋਣਾ। ਸਵੇਰੇ ਸ਼ਾਮ ਗੁਰਸਿੱਖ ਬਾਣੀ ਨਾਲ ਜੁੜੇ, ਗੁਰੂ ਘਰ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੇ, ਕਥਾ ਕੀਰਤਨ ਵੀ ਸਰਵਣ ਕਰੇ। ਜਿਵੇਂ ਗੁਰੂ ਸਾਹਿਬਾਂ ਦਾ ਫਰਮਾਨ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹਜ਼ੂਰੀ ਸਿੱਖਾਂ ਨੂੰ ਹੁਕਮ ਕੀਤਾ ਤੇ ਉਹਨਾਂ ਨੇ ਬਾਅਦ 'ਚ ਉਹਨਾਂ ਨੂੰ ਰਹਿਤਨਾਮਿਆਂ ਦਾ ਨਾਮ ਦਿੱਤਾ। ਭਾਈ ਦੇਸਾ ਸਿੰਘ ਜੀ ਕਹਿੰਦੇ, ਪ੍ਰਥਮ ਰਹਿਤ ਜੈ ਜਾਨ, ਖੰਡੇ ਕੀ ਪਹੁਲ ਸਕੈ, ਸੋਈ ਸਿੰਘ ਪ੍ਰਧਾਨ ਅਵਰ ਨ ਪਹੁਲ ਜੋ ਲੈ। ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਧਰ ਛਕ ਪੁਨ ਲੇਵੈ। ਪੁਨ ਮਿਲ ਪਾਂਚੋ ਰਹਿਤ ਜੋ ਭਾਖੈ, ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੈ। ਦੂਹੂ ਗ੍ਰੰਥ ਮੈਂ ਬਾਣੀ ਜੋਈ। ਦੂਹੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸ਼੍ਰੀ ਦਸਮ ਗ੍ਰੰਥ ਸਾਹਿਬ। ਦੂਹੂ ਗ੍ਰੰਥ ਮੈਂ ਬਾਣੀ ਜੋਈ, ਚੁਣ ਚੁਣ ਕੰਠ ਕਰੈ ਨਿਤ ਸੋਈ। ਰਹਿਤਵਾਨ ਗੁਰ ਕਾ ਸਿੰਘ ਜੋਈ, ਕਰ ਉਪਾਏ ਧਨ ਖਾਟੈ ਸੋਈ। ਉਪਾਅ ਕਰਕੇ, ਕਿਰਤ ਕਰਕੇ ਧਨ ਕਮਾਏ, ਜਿਹੜਾ ਰਹਿਤਵਾਨ ਗੁਰੂ ਕਾ ਸਿੱਖ ਹੈ। ਤੇ ਫਿਰ ਅਸੀਂ ਪੜ੍ਹਦੇ ਹਾਂ ਕਿ ਗੁਰਸਿੱਖ ਰਹਿਤ ਸੁਣੋ ਹੀ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ। ਵਾਹਿਗੁਰੂ ਗੁਰ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਫਿਰ ਅੱਗੇ ਕਹਿੰਦੇ, ਸੰਧਿਆ ਸਮੇਂ ਸੁਣੈ ਰਹਿ ਰਾਸ, ਕੀਰਤਨ ਕਥਾ ਸੁਣੈ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਹਮਰਾ ਪੁਰੀ ਮੈਂ ਜਾਏ। ਸੋ ਰਹਿਤਨਾਮੇ ਅੰਦਰ ਫਰਮਾਨ ਹੈ। ਗੁਰੂ ਸਾਹਿਬ ਬਾਣੀ ਵਿੱਚ ਵੀ ਫਰਮਾਨ ਕਰਦੇ ਹੈ, ਗੁਰਸਿੱਖ ਨੂੰ ਨਿਤਨੇਮੀ ਹੋਣਾ ਚਾਹੀਦਾ, ਬਾਣੀ ਨਾਲ ਜੁੜਨਾ ਚਾਹੀਦਾ ਹੈ, ਤੇ ਅੰਮ੍ਰਿਤ ਪਾਨ ਕਰਕੇ ਬਾਣੇ ਦੇ ਧਾਰਨੀ ਵੀ ਹੋਣਾ ਚਾਹੀਦਾ ਹੈ। ਇਹ ਸਾਰੇ ਪੰਥ ਨੂੰ, ਕੌਮ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹਾਂ। ਇਹ ਸੀ ਸਾਡੀ ਅੱਜ ਦੀ ਵਿਚਾਰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੋਰਾਂ ਦੇ ਨਾਲ, ਜਿਹੜੇ ਕਿ ਗੁਰਦੁਆਰਾ ਨਾਨਕਸਰ ਸੰਪਰਦਾਇ ਦੇ ਕਥਾਵਾਚਕ ਨੇ। ਰਜਿੰਦਰ ਨਗਰ ਦਿੱਲੀ, ਜੋ ਕਿ ਸਰ ਗੰਗਾ ਰਾਮ ਹੌਸਪੀਟਲ ਦੇ ਬਿਲਕੁਲ ਪਾਸ ਗੁਰਦੁਆਰਾ ਹੈ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਵੀਰ ਜੀ ਹੋਰੀ, ਭਾਈ ਜੋ ਸੰਤ ਬਾਬਾ ਗੁਰਦੇਵ ਸਿੰਘ ਜੀ ਹੋਰੀ ਹੈ, ਉਹਨਾਂ ਦੇ ਕੋਲ ਲੰਬੇ ਸਮੇਂ ਤੋਂ ਰਹਿ ਕੇ ਸੇਵਾ ਨਿਭਾ ਰਹੇ ਨੇ। ਔਰ ਬੜੀਆਂ ਸੁੰਦਰ ਗੁਰਮਤਿ ਦੀਆਂ ਵਿਚਾਰਾਂ, ਖਾਸ ਕਰਕੇ ਮੈਂ ਇੱਕ ਵਿਚਾਰਧਾਰਾ ਦਾ ਧਾਰਨੀ ਹਾਂ ਕਿ ਸਿੱਖ ਧਰਮ ਇੱਕ ਉਹ ਬਾਗ, ਉਹ ਬਗੀਚਾ ਹੈ ਜਿਸ ਦੇ ਵਿੱਚ ਵੰਨ ਸਵੰਨੇ ਫੁੱਲ ਖਿਲੇ ਹੋਏ ਆ। ਔਰ ਉਹ ਬਗੀਚਾ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦਾ ਜਿਹਦੇ ਸਿਰਫ ਇੱਕ ਹੀ ਤਰ੍ਹਾਂ ਦੇ ਫੁੱਲ ਖਿਲੇ ਹੋਣ। ਬਗੀਚਾ ਉਹੀ ਸੁੰਦਰ ਲੱਗਦਾ ਜਿਸ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੋਣ। ਔਰ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖੀ ਦੇ ਬਗੀਚੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਫੁੱਲ, ਉਸ ਦੇ ਵਿੱਚ ਨਾਨਕਸਰ ਸੰਪਰਦਾਇ ਆ ਗਈ, ਨਾਮਧਾਰੀ ਸੰਪਰਦਾਇ ਆ ਗਈ। ਇਹ ਸਾਰੇ ਸਾਡਾ ਇੱਕ ਉਹ ਅੰਗ ਹੈ, ਉਹ ਫੁੱਲ ਨੇ ਜਿਹੜੇ ਵੱਖਰੀ ਵੱਖਰੀ ਮਹਿਕ ਬਖੇਰਦੇ ਆ। ਉਹਨਾਂ ਦੇ ਵਿੱਚੋਂ ਨਾਨਕਸਰ ਸੰਪਰਦਾਇ ਦੀ ਜੋ ਮਹਿਕ, ਜੋ ਸੁਗੰਧੀ, ਜੋ ਉਹਨਾਂ ਦੀਆਂ ਅਮੀਰ ਪਰੰਪਰਾਵਾਂ ਨੇ, ਉਹਦੇ ਬਾਰੇ 'ਚ ਅਸੀਂ ਵੀਰ ਜੀ ਹੋਰਾਂ ਤੋਂ ਜਾਣਿਆ ਹੈ। ਸਾਰਾ ਕੁਝ ਨਹੀਂ, ਅਜੇ ਬਹੁਤ ਕੁਝ ਬਾਕੀ ਪਿਆ ਹੈ। ਉਹ ਵੀ ਜਦੋਂ ਅੱਗੇ ਮੌਕਾ ਮਿਲੇਗਾ ਉਹ ਅਸੀਂ ਵੀਰ ਜੀ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ, ਤੁਸੀਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਆਏ, ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਆਸ ਕਰਦੇ ਹਾਂ ਇਸੇ ਤਰ੍ਹਾਂ ਅੱਗੇ ਤੋਂ ਵੀ ਸੁਭਾਗ ਬਖਸ਼ਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ।